ਸਿਆਸਤ, ਵਪਾਰ, ਖੇਡਾਂ ਤੇ ਫਿਲਮ ਜਗਤ ਦੇ ਨਾਲ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਸ। ਸਿਟੀ ਬਿਊਟੀਫੁਲ ਚੰਡੀਗੜ੍ਹ ਦੇ ਵਿੱਚ 4 ਮਈ ਤੋਂ ਕਾਫੀ ਜ਼ਿਆਦਾ ਜਿਹੜੀ ਰਿਲੈਕਸੇਸ਼ਨ ਲੋਕਾਂ ਨੂੰ ਦੇ ਦਿੱਤੀ ਗਈ ਹੈ। ਪਹਿਲਾਂ ਹਾਲਾਂਕਿ ਇੱਥੇ ਕਰਫਿਊ ਲੱਗਿਆ ਸੀਗਾ, ਲੇਕਿਨ 4 ਮਈ ਤੋਂ ਇਸ ਨੂੰ ਕਰਫਿਊ ਨੂੰ ਹਟਾ ਕੇ ਲੋਕਡਾਊਨ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਸ਼ਹਿਰ ਦੀ ਮੈਕਸਿਮਮ ਸਾਰੀ ਜਿਹੜੀ ਦੁਕਾਨਾਂ ਜਿਹੜੀ ਓਪਨ ਕਰ ਦਿੱਤੀ ਗਈ ਤੇ ਦੁਕਾਨਾਂ ਦਾ ਸਮਾਂ ਵੀ ਜਿਹੜਾ ਉਹ ਰੱਖ ਲਿਆ ਗਿਆ। ਲੇਕਿਨ ਸਭ ਤੋਂ ਅਹਿਮ ਗੱਲ, ਸਿਟੀ ਬਿਊਟੀਫੁਲ ਚੰਡੀਗੜ੍ਹ ਨੂੰ ਇਹ ਤਮਗਾ ਦਿਲਾਉਣ ਵਾਲਾ ਸੈਕਟਰ 17 ਜਿਹੜਾ ਕਿ ਚੰਡੀਗੜ੍ਹ ਦਾ ਦਿਲ ਕਹੇ ਜਾਂਦਾ ਹੈ, ਉਹ ਅਜੇ ਵੀ ਸੁਨਸਾਨ ਹੈ, ਕਿਉਂਕਿ ਇੱਥੇ ਹੁਣੇ ਵੀ ਜਿਹੜੀ ਦੁਕਾਨਾਂ ਖੋਲ੍ਹਣ ਦੀ ਜਿਹੜੀ ਹੈ ਪਰਮਿਸ਼ਨ ਉਹ ਪ੍ਰਸ਼ਾਸਨ ਵੱਲੋਂ ਨਹੀਂ ਦਿੱਤੀ ਗਈ। ਇੱਕ ਸਮਾਂ ਸੀਗਾ ਜਦ ਇੱਥੋਂ ਪੂਰਾ ਸ਼ਹਿਰ ਦਾ ਜਿਹੜਾ ਉਹ ਇੱਕ ਰੌਣਕ ਦੇਖਣ ਨੂੰ ਮਿਲਦੀ ਸੀਗੀ। ਜਿਹੜਾ ਵੀ ਬਾਹਰੋਂ ਆਉਂਦਾ ਸੀਗਾ ਉਸ ਚੰਡੀਗੜ੍ਹ ਸੈਕਟਰ 17 ਦੇ ਨਜ਼ਾਰੇ ਨਾਲ ਲਏ ਤੇ ਉਹਦਾ ਚੰਡੀਗੜ੍ਹ ਸਿਟੀ ਬਿਊਟੀਫੁਲ 'ਚ ਆਉਣਾ ਉਹ ਚੰਗਾ ਨਹੀਂ ਮੰਨਿਆ ਜਾਂਦਾ, ਯਾਨੀ ਕਿ ਉਹ ਕਾਮਯਾਬ ਨਹੀਂ ਹੁੰਦਾ ਸੀਗਾ। ਲੇਕਿਨ ਹੁਣ ਜਿਹੜੇ ਲੋਕਡਾਊਨ ਦੇ ਦੌਰਾਨ ਇਹ ਪੂਰੀ ਤਰੀਕੇ ਨਾਲ ਸੁਨਸਾਨ ਪਿਆ ਹੈ। ਇਹਦੀ ਜਿਹੜੀ ਕਾਇਆ ਕਲਪ ਹੈ ਉਹ ਜਿਸ ਤਰੀਕੇ ਨਾਲ ਕੀਤੀ ਗਈ ਸੀ, ਉਹ ਉਸ ਦੇ ਉੱਤੇ ਜਿਹੜਾ ਬੜਾ ਅਫਸੋਸਜਨਕ ਦ੍ਰਿਸ਼ ਦੇਖਣ ਨੂੰ ਮਿਲਦਾ, ਕਿਉਂਕਿ ਇੱਥੇ ਬਿਲਕੁਲ ਮਾਯੂਸੀ ਛਾਈ ਪਈ ਹੈ। ਲੇਕਿਨ ਪ੍ਰਸ਼ਾਸਨ ਵੱਲੋਂ ਬਾਰ-ਬਾਰ ਇਸ ਮਾਰਕੀਟ ਵੱਲੋਂ ਗੁਹਾਰ ਲਗਾਈ ਜਾ ਰਹੀ ਕਿ ਇਹ ਮਾਰਕੀਟ ਵੀ ਖੋਲ੍ਹਣ ਦੀ ਅਨੁਮਤੀ ਦਿੱਤੀ ਜਾਏ, ਤਾਂ ਕਿ ਇਹਨਾਂ ਦੀ ਵੀ ਜਿਹੜੀ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਕੰਮ ਕਾਜ ਠੱਪ ਹੋਇਆ ਪਿਆ ਉਹ ਕੰਮਕਾਜ ਸ਼ੁਰੂ ਹੋ ਸਕੇ। ਮੇਰੇ ਨਾਲ ਇਸ ਸਮੇਂ ਸੈਕਟਰ 17 ਮਾਰਕੀਟ ਦੇ ਪ੍ਰਧਾਨ ਨੀਰਜ ਬਜਾਜ ਜੀ ਗੱਲ ਕਰਦੇ ਆ। ਨੀਰਜ ਜੀ, ਸਭ ਤੋਂ ਪਹਿਲਾਂ ਤੁਹਾਡੇ ਤੋਂ ਜਾਣਨਾ ਚਾਹਾਂਗਾ ਕਿ ਪੂਰੇ ਸ਼ਹਿਰ ਨੂੰ ਖੋਲ੍ਹ ਦਿੱਤਾ ਗਿਆ, ਸਾਰੀ ਮਾਰਕੀਟਸ ਖੋਲ੍ਹ ਦਿੱਤੀ ਗਈ, ਹਾਲਾਂਕਿ ਇੱਕਾ ਦੁੱਕਾ ਮਾਰਕੀਟ ਨੂੰ ਛੱਡ ਕੇ 17 ਸੈਕਟਰ ਵੀ ਉਹਨਾਂ ਇੱਕਾ ਦੁੱਕਾ ਦੇ ਵਿੱਚ ਹੀ ਆ ਰਿਹਾ, ਲੇਕਿਨ ਪਿਛਲੇ ਜਿਹੜੇ ਲੰਮਾ ਸਮੇਂ ਤੋਂ ਦੁਕਾਨਾਂ ਬੰਦ ਹੈ, ਤੁਹਾਨੂੰ ਲੱਗਦਾ ਨਹੀਂ ਕਿ ਹੁਣ ਸਮਾਂ ਹੈ ਕਿ ਅਗਰ ਹੋਰ ਸ਼ਹਿਰ ਦੀ ਦੁਕਾਨਾਂ ਖੋਲ੍ਹੀਏ ਤਾਂ ਤੁਹਾਡੀ ਮਾਰਕੀਟ ਨੂੰ ਵੀ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਏ? देखिए सैक्टर 17 ਦੇ ਬਾਰੇ 'ਚ ਆਪਾਂ ਐਡਮਿਨਿਸਟ੍ਰੇਸ਼ਨ ਨੂੰ ਪਹਿਲੇ ਵੀ ਕਈ ਵਾਰੀ ਲਿਖ ਚੁੱਕੇ ਹਾਂ ਔਰ ਪਰਸਨਲੀ ਮਿਲ ਵੀ ਚੁੱਕੇ ਹਾਂ ਸੀਨੀਅਰ ਅਥਾਰਟੀਜ਼ ਨੂੰ, ਔਰ ਸਪੈਸ਼ਲੀ ਉਹਨਾਂ ਨੂੰ ਆਪਾਂ ਰਿਕੁਐਸਟ ਕੀਤੀ ਕਿ ਸੈਕਟਰ 17 ਇੱਕ ਇਹੋ ਜਿਹੀ ਮਾਰਕੀਟ ਹੈ ਜਿੱਥੇ ਤੁਸੀਂ ਜਿੰਨੇ ਵੀ ਤੁਹਾਡੇ ਨੋਰਮਸ ਹੈ ਸਭ ਤੋਂ ਜ਼ਿਆਦਾ ਈਜੀ ਇੱਥੇ ਪੂਰੇ ਕੀਤੇ ਜਾ ਸਕਦੇ, ਕਿਉਂਕਿ ਇੱਥੇ ਸ਼ਾਪਸ ਵੱਡੀਆਂ ਹੈਗੀਆਂ ਔਰ ਏਰੀਆ ਬਹੁਤ ਵੱਡਾ ਹੈਗਾ ਅਤੇ ਸੋਸ਼ਲ ਡਿਸਟੈਂਸਿੰਗ ਬਹੁਤ ਈਜੀ ਹੈਗੀ ਆ। ਔਰ ਤਕਰੀਬਨ ਸੈਕਟਰ 17 'ਚ ਇਕੱਲੇ 1500 ਦੁਕਾਨਾਂ ਹੈਗੀਆਂ, ਜਿਨ੍ਹਾਂ ਦੇ ਵਿੱਚ ਅਗਰ ਵਰਕਰ ਵਗੈਰਾ ਦੀ ਇਨਵਾਲਵਮੈਂਟ ਕੀਤੀ ਜਾਏ ਤੇ ਹਰ ਦੁਕਾਨ ਦੀ ਐਵਰੇਜ ਅਗਰ 25-30 ਬੰਦਿਆਂ ਦੀ ਵੀ ਕੱਢੇ ਤੇ ਇਹ ਹਜ਼ਾਰਾਂ ਔਰ ਲੱਖੋਂ ਦੇ ਤਾਦਾਦ 'ਚ ਲੋਕ ਜਿਹੜੇ ਹੈਗੇ ਆ ਸਾਡੇ ਆਸ-ਪਾਸ ਦੇ, ਕੋਈ ਜ਼ੀਰਕਪੁਰ ਤੋਂ, ਕੋਈ ਮੋਹਾਲੀ ਤੋਂ, ਕੋਈ ਪੰਚਕੂਲਾ ਤੋਂ, ਕੋਈ ਨਿਆਗਰਾਮ ਤੋਂ, ਹਰ ਇੱਥੇ ਲੇਬਰ ਵੀ ਬਹੁਤ ਵੱਡੀ ਇਨਵਾਲਵਮੈਂਟ ਹੈਗੀ ਹੈ। ਈਵਨ ਜਿਹੜੇ ਓਨਰ ਹੈਗੇ ਆ ਬਹੁਤ ਹਾਈਲੀ ਰੈਂਟ ਪੇ ਹੈਗੇ ਕਰਦੇ ਆ ਇੱਥੇ। ਉਹ ਹਾਈਲੀ ਰੈਂਟ ਦਾ ਸਿੱਧਾ ਸਰਕਾਰ ਨੂੰ ਵੀ ਨੁਕਸਾਨ ਹੁੰਦਾ ਹੈ, ਕਿਉਂਕਿ ਅਗਰ ਰੈਂਟ ਆ ਰਿਹਾ ਤਾਂ ਸਿੱਧਾ GST ਔਰ ਇਨਕਮ ਟੈਕਸ 'ਤੇ ਸਿੱਧਾ ਜਾਣਾ ਹੁੰਦਾ ਹੈ। ਉਸ ਤੋਂ ਇਲਾਵਾ 17 ਸੈਕਟਰ ਜਿਸ ਤਰ੍ਹਾਂ ਦੀ ਮਾਰਕੀਟ ਹੈਗੀ ਹੈ, ਇਹਨਾਂ ਦਾ ਕਹਿਣਾ ਹੈ ਕਿ ਨੇਬਰਹੁੱਡ ਮਾਰਕੀਟਾਂ ਖੋਲ੍ਹੀਆਂ ਜਾ ਰਹੀਆਂ, ਲੇਕਿਨ ਅਗਰ 17 'ਚ ਦੇਖਿਆ ਜਾਏ ਤਾਂ ਲੈਫਟ ਸਾਈਡ 'ਤੇ 18 ਹੈ, ਰਾਈਟ ਸਾਈਡ 'ਤੇ ਇੱਥੇ 16 ਸੈਕਟਰ ਹੈ, ਇੱਕ ਸਾਈਡ 'ਤੇ 9 ਹੈ, ਇੱਕ ਸਾਈਡ 'ਤੇ 22 ਹੈ। ਇਹ ਸਾਰੀ ਰੈਜ਼ੀਡੈਂਸ਼ੀਅਲ ਏਰੀਆ ਦੇ ਸੈਂਟਰ 'ਚ ਘਿਰੀ ਹੋਈ ਮਾਰਕੀਟ ਹੈਗੀ ਹੈ ਤੇ ਇਹਨੂੰ ਪ੍ਰਸ਼ਾਸਨ ਨੂੰ ਆਪਾਂ ਬਾਰ-ਬਾਰ ਕਿਹਾ ਕਿ ਇਹਨੂੰ ਸੈਕਟਰ 17 ਨੂੰ ਖੋਲ੍ਹਿਆ ਜਾਵੇ। ਅਗਰ ਲੰਬੇ ਸਮੇਂ 'ਤੇ ਆਪਾਂ ਕਹਿ ਰਹੇ ਹਾਂ ਕਿ ਕਰੋਨਾ ਨਾਲ ਹੀ ਚੱਲਣਾ ਹੈ, ਕਰੋਨਾ ਨਾਲ ਜੀਣਾ ਸਿੱਖਣਾ ਪਏਗਾ, ਤੇ ਕਿਉਂ ਨਹੀਂ ਹਮ ਸੈਕਟਰ 17 ਨੂੰ ਆਪਾਂ ਜਲਦੀ ਖੋਲ੍ਹਦੇ ਹੈਗੇ ਆ, ਤਾਂ ਕਿ ਜਿਹੜੀ ਇੱਥੋਂ ਮਾਈਗ੍ਰੈਂਟ ਲੇਬਰ ਵਾਪਸ ਜਾਣ ਦੀ ਸੋਚ ਰਹੀ ਹੈਗੀ ਆ ਉਹਨਾਂ ਨੂੰ ਵੀ ਰੁਕਣ ਦਾ ਇੱਕ ਤਰੀਕਾ ਮਿਲੇ, ਕਿਉਂਕਿ ਜਿਸ ਵੇਲੇ ਕੰਮ 'ਚ ਆਦਮੀ ਆਉਂਦਾ ਹੈ ਅਤੇ ਉਹਦਾ ਸੋਚ ਚੇਂਜ ਹੋ ਜਾਂਦੀ ਹੈ। ਖਾਲੀ ਬੈਠਣ ਤੋਂ ਵਿੱਚ ਅੱਜ ਮੈਕਸੀਮਮ ਲੋਕ ਇੱਥੋਂ ਰਜਿਸਟ੍ਰੇਸ਼ਨ ਕਰਾ ਕੇ ਵਾਪਸ ਜਾਣ ਦੀ ਗੱਲ ਕਰ ਰਹੇ ਆ। ਅਗਰ ਮਾਰਕੀਟਾਂ ਨਹੀਂ ਖੁੱਲ੍ਹਦੀਆਂ ਹੈਗੀਆਂ ਅਤੇ ਇੱਥੇ ਮਾਈਗ੍ਰੈਂਟ ਲੇਬਰ ਜਾਏਗੀ ਔਰ ਜਾਣ ਤੋਂ ਬਾਅਦ ਵਾਪਸ ਆਉਣਾ ਬਹੁਤ ਮੁਸ਼ਕਿਲ ਹੁੰਦਾ ਹੈ, ਅਤੇ ਆਉਣ ਵਾਲਾ ਸਮੇਂ ਜਿਹੜਾ ਹੈ ਮਾਰਕੀਟ ਵਾਸਤੇ ਹੋਰ ਜ਼ਿਆਦਾ ਨੁਕਸਾਨ ਕਰੇਗਾ ਸਾਨੂੰ। ਅਤੇ ਇਸ ਵਾਸਤੇ ਮੈਂ ਚਾਹਾਂਗਾ ਕਿ ਇਸ ਮਾਰਕੀਟ ਨੂੰ ਜਲਦੀ ਨਾਲ ਰੀਕਨਸੀਡਰ ਕੀਤਾ ਜਾਏ ਔਰ ਖੋਲ੍ਹਣ ਦਾ ਪੂਰਾ ਸਾਧਨ ਬਣਾਇਆ ਜਾਏ, ਕਿਉਂਕਿ ਸੈਕਟਰ 17 ਮਾਰਕੀਟ ਤੋਂ ਇਲਾਵਾ ਹੋਰ ਜਿਹੜੀ ਸ਼ਹਿਰ ਦੀ ਕੁਝ ਮਾਰਕੀਟਾਂ ਬੰਦ ਪਈਆਂ, ਮੱਧੇ ਮਾਰਗ 35 ਸੈਕਟਰ, 22 ਸੈਕਟਰ, 7 ਸੈਕਟਰ, 26 ਸੈਕਟਰ, ਇਹ ਸਾਰੀ ਮਾਰਕੀਟਾਂ ਦੇ ਵੀ ਵੱਡੇ ਸ਼ੋਰੂਮ ਹੈ। ਇਹਨਾਂ ਸ਼ੋਰੂਮਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਹਾਈਲੀ ਰੈਂਟ ਹੈਗੇ, ਇੱਥੇ ਵੀ ਲੇਬਰ ਦੀ ਬਹੁਤ ਇਨਵਾਲਵਮੈਂਟ ਹੈ। ਮੈਕਸੀਮਮ ਜਿਹੜੀ ਮਾਈਗ੍ਰੈਂਟ ਲੇਬਰ ਹੈ ਇਹਨਾਂ ਵੱਡੇ ਸ਼ੋਰੂਮਾਂ ਦੇ ਨਾਲ ਕਿਸੇ ਨਾ ਕਿਸੇ ਤਰੀਕੇ ਸਾਡੇ ਲਿੰਕ ਹੈ। ਇਸ ਮਾਈਗ੍ਰੈਂਟ ਲੇਬਰ ਨੂੰ ਰੋਕਣ ਵਾਸਤੇ ਸੈਕਟਰ 17 ਨੂੰ ਇੱਥੇ ਦੇ ਬਿਜ਼ਨਸ ਨੂੰ ਬਚਾਉਣ ਵਾਸਤੇ ਹੁਣ 50 ਦਿਨ ਬਹੁਤ ਦਿਨ ਹੋ ਗਏ ਹੈ, ਦੁਕਾਨਾਂ 'ਚ ਮਾਲ ਪਿਆ ਹੈ ਉਹ ਵੀ ਖਰਾਬ ਹੋ ਰਿਹਾ ਹੈਗਾ, ਮਾਲਾਂ ਦੀ ਸੰਭਾਲ ਨਹੀਂ ਹੈਗੀ ਹੈ।
ਕੱਪੜੇ ਜਿਹੜੇ ਆ ਉਹਨਾਂ ਦੇ ਵਿੱਚ ਅਗਰ ਏਸੀ ਨਹੀਂ ਚੱਲ ਰਿਹਾ ਉਹਨਾਂ ਦੇ ਵਿੱਚ ਵੀ ਨੁਕਸਾਨ ਹੋ ਰਿਹਾ ਹੈ। ਹੋਰ ਕਈ ਚੀਜ਼ਾਂ ਦੀ ਇਹੋ ਜਿਹੀ ਨੁਕਸਾਨ ਹੋ ਰਿਹਾ ਇਸ ਟਾਈਮ ਇਹਦੇ ਵਿੱਚ ਜ਼ਿਆਦਾ टाइम जी ਅਸੀਂ ਕੁਝ ਵੀਡੀਓਜ਼ ਦੇਖੀਆਂ ਹੈਗੀਆਂ, ਕੁਝ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਹਨ ਕਿ ਕੱਪੜੇ ਜੁੱਤੇ ਵਗੈਰਾ ਜਿਹੜੇ ਵੱਡੇ ਸ਼ੋਰੂਮਸ ਦੇ ਵਿੱਚ ਹੈਗੇ ਪਿਛਲੇ ਲੰਮੇ ਸਮੇਂ ਜਿਹੜੀ ਦੁਕਾਨਾਂ ਬੰਦ ਪਈਆਂ ਉੱਥੇ ਫੰਗਸ ਲੱਗਣ ਦੇ ਕਾਰਨ ਉਹ ਮਾਲ ਕਾਫੀ ਖਰਾਬ ਹੋਇਆ ਹੈ। ਕਿ ਇਸ ਤਰ੍ਹਾਂ ਇੱਥੇ ਦਾ ਵੀ ਤੁਹਾਨੂੰ ਲੱਗਦਾ ਹੈ ਕਿ ਹੋਇਆ ਹੋਏਗਾ ਇਸ ਬਿਲਕੁਲ ਜੀ। ਸਾਰੇ ਆਪਾਂ ਜਿਸ ਵੇਲੇ ਸ਼ਾਪਸ ਕੋਈ ਆ ਕੇ ਕਿਸੇ ਟਾਈਮ ਸਫਾਈ ਕਰਨ ਦੀ ਕੋਸ਼ਿਸ਼ ਕਰ ਰਿਹਾ ਅੰਦਰ ਜੋ ਮਾਹੌਲ ਬਣਿਆ ਹੋਇਆ ਉਹ ਬਹੁਤ ਇੱਕਦਮ ਡਰਾਵਨਾ ਜਿਹਾ ਦੁਕਾਨਾਂ 'ਚ ਹੋਇਆ ਹੈ। ਮੈਂ ਪਿਛਲੇ ਟਾਈਮ ਇਹ ਵੀ ਰਿਕੁਐਸਟ ਕੀਤੀ ਸੀ ਕਿ ਕਮ ਸੇ ਕਮ ਸਾਨੂੰ ਸਟਾਰਟਿੰਗ 'ਚ ਸਫਾਈ ਕਰਨ ਦਾ ਟਾਈਮ ਦਿੱਤਾ ਜਾਏ, ਲੇਕਿਨ ਉਹ ਵੀ ਸਾਨੂੰ ਸਮੇਂ ਨਹੀਂ ਮਿਲਿਆ। ਲੇਕਿਨ ਹੁਣ ਇਹ ਸਮੇਂ ਦੇ ਵਿੱਚ ਜ਼ਿਆਦਾ ਇੰਤਜ਼ਾਰ ਕਰਨ ਦਾ ਸਮੇਂ ਨਾ ਸਰਕਾਰ ਲਗਾਏ, ਇਹਨੂੰ ਜਲਦੀ ਤੋਂ ਜਲਦੀ 17 ਵੀ ਖੋਲ੍ਹਿਆ ਜਾਵੇ। ਈਵਨ ਮੈਂ ਸਮਝਦਾ 35 ਸੈਕਟਰ 22 ਸੈਕਟਰ 7 ਸੈਕਟਰ ਮੱਧਮ ਮਾਰਗ ਸਾਰਿਆਂ ਨੂੰ ਕੁਛ ਇੱਕ ਗਾਈਡਲਾਈਨ ਦਿੱਤੀਆਂ ਜਾਣ, ਉਸ ਹਿਸਾਬ ਨਾਲ ਇਹਨੂੰ ਕੀਤਾ ਜਾਏ। ਔਰ ਸੈਕਟਰ 17 ਤੇ ਕਹੋ ਜੀ ਜਿੱਥੇ ਗਾਈਡਲਾਈਨ ਅਗਰ ਤੁਸੀਂ ਕਹੋਗੇ ਤੇ ਇੱਥੇ ਸਭ ਤੋਂ ਜ਼ਿਆਦਾ ਜਲਦੀ ਫਾਲੋ ਹੋਏਗਾ, ਉਹਦਾ ਰੋਲ ਮਾਡਲ ਬਣਾ ਕੇ ਸਾਰੇ ਸ਼ਹਿਰ 'ਚ ਵੀ ਲਾਗੂ ਕੀਤਾ ਜਾ ਸਕਦਾ। ਮਤਲਬ ਤੁਸੀਂ ਮੰਨਦੇ ਹੋ ਕਿ ਇੱਥੇ ਸਭ ਤੋਂ ਜ਼ਿਆਦਾ ਜਿਹੜਾ ਸੋਸ਼ਲ ਡਿਸਟੈਂਸਿੰਗ ਹੈ, ਜਿਹੜੇ ਹੋਰ ਨੋਰਮਸ ਦਿੱਤੇ ਗਏ ਕੋਵਿਡ ਤੋਂ ਲੜਨ ਲਈ, ਉਹ ਇੱਥੇ ਪੂਰੀ ਤਰੀਕੇ ਨਾਲ ਉਹ ਨੋਰਮਸ ਪੂਰੇ ਕੀਤੇ ਜਾ ਸਕਦੇ ਹਨ। ਇੱਥੇ ਬਹੁਤ ਆਸਾਨੀ ਨਾਲ ਕੀਤੇ ਜਾ ਸਕਦੇ ਆ। ਸੈਕਟਰ 17 ਐਸੋਸੀਏਸ਼ਨ ਇੱਕ ਬੜੀ ਸਾਡੀ ਸਟਰੋਂਗ ਐਸੋਸੀਏਸ਼ਨ ਹੈਗੀ ਆ। ਇਹਦੇ ਵਿੱਚ ਜਿਸ ਵੇਲੇ ਆਪਾਂ ਆਪਸ 'ਚ ਕੋਈ ਕਮਿਟਮੈਂਟ ਕਰਦੇ ਹੈਗੇ ਆ, ਸਰਕਾਰ ਨਾਲ ਕਰਦੇ ਹਾਂ ਜਾਂ ਆਪਸ 'ਚ ਵੀ ਕਰਦੇ ਹਾਂ, ਉਹ ਬਹੁਤ ਜਲਦੀ ਲਾਗੂ ਹੁੰਦੀ ਆ। ਔਰ ਸਾਨੂੰ ਪੂਰਾ ਵਿਸ਼ਵਾਸ ਹੈ ਜੋ ਸਰਕਾਰ ਗਾਈਡਲਾਈਨ ਦੇਗੀ ਉਹਨੂੰ ਆਪਾਂ ਲਾਗੂ ਕਰਾਉਣ 'ਚ ਬਹੁਤ ਆਸਾਨੀ ਨਾਲ ਲਾਗੂ ਕਰਾਵਾਂਗੇ। ਔਰ ਸੈਕਟਰ 17 ਦੇ ਵਿਆਪ 'ਤੇ ਆਪਾਂ ਸਾਰੇ ਸ਼ਹਿਰ 'ਚ ਵੀ ਇਹ ਦੱਸਾਂਗੇ ਕਿ ਸੋਸ਼ਲ ਡਿਸਟੈਂਸਿੰਗ ਤੋਂ ਇਲਾਵਾ ਬਾਕੀ ਜਿਹੜੀ ਸ਼ਾਪਸ ਦੇ ਵਿੱਚ ਗਾਈਡਲਾਈਨ ਆ ਉਹਨੂੰ ਵੀ ਕਿਸ ਤਰ੍ਹਾਂ ਲਾਗੂ ਕੀਤਾ ਜਾਏ, ਆਪਾਂ ਜ਼ਿਆਦਾ ਤੋਂ ਜ਼ਿਆਦਾ ਅੱਛਾ ਕਰਨ ਦੀ ਕੋਸ਼ਿਸ਼ ਕਰਾਂਗੇ। ਉਮੀਦ ਹੈਗੀ ਕਿਉਂਕਿ ਅੱਜ ਦੱਸਿਆ ਜਾ ਰਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਿਰ ਦੇਸ਼ ਦੇ ਨਾਲ ਸੰਬੋਧਨ ਕਰਨ ਵਾਲੇ ਹੈ ਤੇ ਇਹ ਵੀ ਜਤਾਇਆ ਜਾ ਰਿਹਾ ਹੈ ਕਿ 18 ਮਈ ਤੋਂ ਲਾਕਡਾਊਨ 4 ਸ਼ੁਰੂ ਹੋ ਰਿਹਾ ਹੈ। ਕੁਝ ਉਮੀਦ ਹੈਗੀ ਕਿ ਚੰਡੀਗੜ੍ਹ ਪ੍ਰਸ਼ਾਸਨ ਤੁਹਾਡੀ ਮੰਗ ਤੇ ਕੁਝ ਉਹ ਗੌਰ ਕਰੇਗਾ? ਦੇਖੋ ਆਪਾਂ ਆਲਰੇਡੀ ਸੀਨੀਅਰ ਅਥਾਰਟੀ ਨਾਲ ਬੈਠੇ ਆ, ਹੋਰ ਵੀ ਲੋਕਾਂ ਨਾਲ ਜਿਹੜੇ ਸੀਨੀਅਰ ਲੋਕ ਆ, ਕਿਸੇ ਨੇ ਵੀ ਇਹ ਨਹੀਂ ਕਿਹਾ ਕਿ ਸੈਕਟਰ 17 ਨਹੀਂ ਖੁੱਲ੍ਹਣਾ ਚਾਹੀਦਾ। ਹਰ ਇੱਕ ਦੀ ਸੋਚ ਹੈ ਕਿ ਸੈਕਟਰ 17 ज़्यादा सोशल डिस्टेंसिंग करना ज़्यादा आसान है और वो एग्री भी करते हैं और कुछ बहुत सीनियर लैवल ते सानू उन्होंने यह भी प्रॉमिस किया कि आप 2-3 दिन कंसीडर करांगे। उस गल नूं भी तकरीबन 4-5 दिन हो गए हैं तो आप उम्मीद रखते हैं कि जल्दी तो जल्दी खुले, आप वापस अपने उसी सिस्टम ते आइए, क्योंकि अगर जिस तरह साडे सरकार का कहना है जान है तो जान है तो जहान है, जहान नूं रखण वास्ते करोना दे नाल अगर आप लंबे समय तक चलना है तो सैक्टर 17 के अलावा बाकी जिहड़ी मार्केटां भी बंद पईयां हैगीआं उन्हां नूं भी समय के हिसाब नाल खोलण की जरूर प्रोविजन बनाया जाए। नीरज जी मेरा तुहाडे तो आखिरी सवाल हैगा, अज तो चंडीगढ़ सैक्टर 17 की मार्केट के बिल्कुल तकरीबन आधा किलोमीटर दूरी ते जिहड़ा बस स्टैंड है उत्थे सब्जी मंडी शिफ्ट कर दी है। असी पिछे देखा कि मार्केट वालों कुछ ऐसा विरोध भी किया गया मार्केट एसोसीएशन वालों, तुहानूं लगता है कि अगर उत्थे आ सकता है, मतलब उत्थे नहीं भीड़ इकट्ठी कर सकता तो 17 सैक्टर जिहड़ा कि सब तो सेफेस्ट मार्केट जिसनूं कहा जा रहा है उत्थे दुकानां खोलण ते इतराज़ क्यों जताया जा रहा है? देखो सैक्टर 17 च मंडी जिस वे आई ਆਪਾਂ ਇਹਦੇ ਵਿਰੋਧ ਵਿੱਚ ਹੈਗੇ ਸੀ, ਲੇਕਿਨ ਜਿਸ ਵੇਲੇ ਆਪਾਂ ਐਡਮਿਨਿਸਟ੍ਰੇਸ਼ਨ ਦੇ ਆਫੀਸਰਸ ਨੂੰ ਮਿਲੇ ਹੈਗੇ ਆ, ਜਿਸ ਤਰ੍ਹਾਂ ਉਹਨਾਂ ਨੇ ਕਨਵਿੰਸ ਕੀਤਾ ਉਹਨਾਂ ਦਾ ਸੋਚ ਹੈ ਕਿ ਆਪਾਂ ਬਾਪੂ ਧਾਮ ਕਲੋਨੀ ਨੂੰ ਸੀਲ ਕਰਕੇ ਉੱਥੇ ਆਪਾਂ ਸੇਫ ਕਰਨਾ ਚਾਹੁੰਦੇ ਆ। ਤੇ ਠੀਕ ਹੈ, ਅਗਰ ਸ਼ਹਿਰ ਦੀ ਸੇਫਟੀ ਹੁੰਦੀ ਹੈਗੀ ਹੈ, ਕੋਈ ਗੱਲ ਸਹੀ ਹੁੰਦੀ ਹੈ ਤੇ ਆਪਾਂ ਟੈਂਪਰੇਰੀ ਅਗਰ ਉਹ 15-20 ਦਿਨ ਵਾਸਤੇ ਕਰ ਤਾਂ ਸਾਨੂੰ ਉਹਦਾ ਕੋਈ ਓਬਜੈਕਸ਼ਨ ਨਹੀਂ। ਲੇਕਿਨ ਅਗਰ 17 ਸੈਕਟਰ ਸਾਡੀ ਸੈਕੰਡ ਕਿ ਅਗਰ 17 ਸੈਕਟਰ ਇੰਨੀ ਭੀੜ ਇਕੱਠੀ ਕੀਤੀ ਜਾ ਸਕਦੀ ਹੈ ਤੇ ਫਿਰ 17 ਸੈਕਟਰ ਦੇ ਦੁਕਾਨਦਾਰਾਂ ਨੂੰ ਉਹਨਾਂ ਦਾ ਹੱਕ ਕਿਉਂ ਨਹੀਂ ਦਿੱਤਾ ਜਾ ਰਿਹਾ? ਤੇ ਇਸ ਵਾਸਤੇ ਮੇਰੀ ਇਹ ਹੈ ਕਿ ਠੀਕ ਹੈ ਐਡਮਿਨਿਸਟ੍ਰੇਸ਼ਨ ਅਗਰ ਕੋਈ ਸ਼ਿਫਟਿੰਗ ਕਰ ਰਹੀ ਹੈਗੀ ਆ ਸ਼ਹਿਰ ਦੇ ਭਲੇ ਵਾਸਤੇ ਕਰ ਰਹੀ ਹੈ ਤੇ ਇਸ ਟਾਈਮ ਇਸ ਦੇ ਨਾਲ 17 ਸੈਕਟਰ ਦੀ ਮਾਰਕੀਟ ਖੋਲ ਕੇ 17 ਸੈਕਟਰ ਦੇ ਜਿਹੜੇ ਲੋਕ ਹੈਗੇ ਆ ਉਹਨਾਂ ਨੂੰ ਵੀ ਇੱਕ ਉਮੀਦ ਹੈਗੀ ਹੈ ਕਿ ਅਗਰ ਜੇ ਸਾਡੇ ਸੈਕਟਰ ਮਾਰਕੀਟ 'ਚ ਸਵੇਰੇ ਇੰਨੀ ਭੀੜ ਇਕੱਠੀ ਕੀਤੀ ਜਾ ਸਕਦੀ ਹੈ ਉਸ ਦੇ ਕੰਪੇਅਰਲੀ ਸੈਕਟਰ 17 'ਚ ਅਗਰ ਜੇ ਦੁਕਾਨਾਂ ਖੁੱਲ੍ਹਣਗੀਆਂ ਉਨੀ ਭੀੜ ਨਹੀਂ ਹੋਏਗੀ, ਕਿਉਂਕਿ ਅਜੇ ਸਟਾਰਟਿੰਗ ਵਿੱਚ ਲੋਕਾਂ ਨੂੰ ਲਿਆਉਣ ਵਾਸਤੇ ਕਾਫੀ ਸਾਨੂੰ ਤਰੀਕੇ ਅਪਣਾਉਣੇ ਪੈਣਗੇ, ਲੋਕਾਂ 'ਚ ਨੂੰ ਜੋਸ਼ ਵਧਾਉਣ ਵਾਸਤੇ ਕਈ ਤਰੀਕੇ ਸੋਚਦੇ ਤੇ ਇਸ ਵਾਸਤੇ 17 ਸੈਕਟਰ ਜਲਦੀ ਤੋਂ ਜਲਦੀ ਖੋਲ੍ਹਿਆ ਜਾਏ। ਮੇਰੇ ਹਿਸਾਬ ਨਾਲ 35 ਸੈਕਟਰ 22 ਸੈਕਟਰ 7 ਸੈਕਟਰ 26 ਸੈਕਟਰ ਜਿਹੜੇ ਮੱਧਮ ਭਾਗ 'ਤੇ ਜਾਂ ਡਿਵਾਈਡਿੰਗ ਰੋਡ 'ਤੇ ਹੈ ਉਹਨਾਂ ਨੂੰ ਵੀ ਜ਼ਰੂਰ ਖੋਲ੍ਹਿਆ ਜਾਏ, ਕਿਉਂਕਿ ਸ਼ਹਿਰ ਦੇ ਵਿੱਚ ਮਾਈਗ੍ਰੈਂਟ ਲੇਬਰ ਵਾਪਸ ਜਾਣ ਦਾ ਜਿਹੜਾ ਸੋਚ ਹੈਗੀ ਹੈ ਉਹ ਚੇਂਜ ਕੀਤੀ ਹੋ ਜਾਏ। ਧੰਨਵਾਦ ਜੀ ਦੈਨਿਕ ਸਵੇਰਾ ਗੱਲ ਕਰਨ ਲਈ।
ਬਿਲਕੁਲ ਇਹ ਸੀਗੇ ਨੀਰਜ ਬਜਾਜ ਜੀ ਜਿਹੜੇ ਕਿ ਸੈਕਟਰ 17 ਮਾਰਕੀਟ ਦੇ ਪ੍ਰਧਾਨ ਹੈਗੇ ਹੈ, ਜਿਨ੍ਹਾਂ ਨੇ ਸਾਫ਼ ਕਿਹਾ ਕਿ ਅਗਰ ਅਸੀਂ ਦੂਸਰੀਆਂ ਮਾਰਕੀਟ ਖੋਲ ਸਕਦੇ ਤਾਂ ਸੈਕਟਰ 17 ਦੀ ਮਾਰਕੀਟ ਨੂੰ ਕਿਉਂ ਨਹੀਂ ਖੋਲ ਸਕਦੇ। ਤੁਹਾਨੂੰ ਇੱਕ ਵਾਰ ਤਸਵੀਰਾਂ ਫਿਰ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿ ਦੁਕਾਨਾਂ ਦੇ ਅੱਗੇ ਜਿਹੜਾ ਪੈਸੇਜ ਹੈ ਤੁਸੀਂ ਸਾਫ਼ ਉੱਥੇ ਵੇਖ ਸਕਦੇ ਹੋ ਕਿ ਕਿੰਨੀ ਵੱਡੀ ਇੱਥੇ ਥਾਂ ਹੈਗੀ। ਜਿਹੜਾ ਸੋਸ਼ਲ ਡਿਸਟੈਂਸਿੰਗ ਦਾ ਜਿਹੜੇ ਨੋਰਮਸ ਦਿੱਤੇ ਗਏ ਹੈ ਕਿ ਉਹ ਰੱਖਣਾ ਹੈ, ਦੂਰੀ ਬਣਾ ਕੇ ਰੱਖਣੀ ਹੈ ਜਿਹੜਾ 1-2 ਮੀਟਰ ਦੀ, ਤੇ ਉਹਦਾ ਕਿੰਨੀ ਆਸਾਨੀ ਨਾਲ ਇੱਥੇ ਪਾਲਣ ਹੋ ਸਕਦਾ ਹੈ। ਪੂਰਾ ਪੈਸੇਜ ਤੁਸੀਂ ਚੈੱਕ ਕਰ ਸਕਦੇ ਹੋ, ਇਹ ਪੂਰਾ ਬਾਹਰ ਤੁਸੀਂ ਇਹ ਪਲਾਜ਼ਾ ਚੈੱਕ ਕਰ ਸਕਦੇ ਹੋ ਕਿ ਸਭ ਤੋਂ ਜ਼ਿਆਦਾ ਜਿਹੜੇ ਨੋਰਮਸ ਦਾ ਧਿਆਨ ਹੈ ਉਹ ਇੱਥੇ ਰੱਖਿਆ ਜਾ ਸਕਦਾ ਹੈ। ਲੇਕਿਨ ਉਹਦੇ ਬਾਵਜੂਦ ਸੈਕਟਰ 17 ਦੀ ਮਾਰਕੀਟ ਨੂੰ ਖੋਲ੍ਹਣ ਦੀ ਜਿਹੜੀ ਪਰਮਿਸ਼ਨ ਨਹੀਂ ਦਿੱਤੀ ਗਈ ਹੈ। ਇਸੇ ਲਈ ਇਹ ਮੰਗ ਕਰ ਰਹੇ ਨੇ ਕਿ ਪ੍ਰਸ਼ਾਸਨ ਛੇਤੀ ਤੋਂ ਛੇਤੀ ਇਹਨਾਂ ਦੀ ਮੰਗ ਨੂੰ ਮੰਨੇ ਤਾਂ ਕਿ ਜਿਹੜੀ ਮਾਈਗ੍ਰੈਂਟ ਲੇਬਰ ਜਿਹੜੀ ਕਿ ਚੰਡੀਗੜ੍ਹ ਤੋਂ ਆਪਣੇ ਸੂਬਿਆਂ ਦੇ ਵਿੱਚ ਜਾ ਰਹੀ ਹੈ ਉਹਨਾਂ ਨੂੰ ਇੱਥੇ ਰੋਕਿਆ ਜਾ ਸਕੇ, ਉਹਨਾਂ ਨੂੰ ਇੱਥੇ ਕੰਮ ਦਿੱਤਾ ਜਾ ਸਕੇ ਜਿਹੜੇ ਕਿ ਆਲਰੇਡੀ ਇੱਥੇ ਵੱਡੀ ਗਿਣਤੀ ਦੇ ਵਿੱਚ ਕੰਮ ਕਰਦੇ ਨੇ, ਤਾਂ ਕਿ ਇਹਨਾਂ ਦਾ ਵੀ ਕੰਮ ਚੱਲਦਾ ਰਹੇ। ਜਿਹੜਾ ਕੰਮ ਪਿਛਲੇ ਲਗਭਗ 50 ਦਿਨਾਂ ਤੋਂ ਬੰਦ ਹੋਇਆ ਪਿਆ, ਠੱਪ ਹੋਇਆ ਪਿਆ ਦੁਕਾਨਾਂ, ਕਿਉਂਕਿ ਭਾਰੀ ਰੈਂਟ ਇਹਨਾਂ ਵੱਲੋਂ ਜਿਹੜੇ ਟੈਨੈਂਟਸ ਨੂੰ ਦਿੱਤੇ ਜਾਣੇ ਹੈ ਤੇ ਉਹ ਹੋ ਸਕੇ। ਤਾਂ ਉਸ ਲਈ ਇਹ ਮੰਗ ਕਰ ਰਹੇ ਕਿ ਸੈਕਟਰ 17 ਪਲਾਜ਼ਾ ਮਾਰਕੀਟ ਨੂੰ ਖੋਲ੍ਹਣ ਦੀ ਜਿਹੜੀ ਪਰਮਿਸ਼ਨ ਹੈ ਉਹ ਐਡਮਿਨਿਸਟ੍ਰੇਸ਼ਨ ਦੇਵੇ, ਤਾਂ ਕਿ ਜਿਹੜੀ ਇਕਨੋਮੀ ਰੁਕੀ ਪਈ ਸੀ ਚੰਡੀਗੜ੍ਹ ਦੇ ਵਿੱਚ, ਜਿਹੜਾ ਕੰਮ ਕਾਜ ਰੁਕਿਆ ਪਿਆ ਸੈਕਟਰ 17 ਮਾਰਕੀਟ ਦਾ, ਇਸ ਤੋਂ ਇਲਾਵਾ ਜਾਂ ਜਿਹੜੀ ਹੋਰ ਡਿਵਾਈਡਿੰਗ ਰੋਡਸ ਤੇ ਮਾਰਕੀਟਸ ਜਿਹੜੀ ਬੰਦ ਹੈ ਉਹਨਾਂ ਨੂੰ ਖੋਲ੍ਹਣ ਦੀ ਪਰਮਿਸ਼ਨ ਦਿੱਤੀ ਜਾਵੇ। ਚੰਡੀਗੜ੍ਹ ਤੋਂ ਕੈਮਰਾਮੈਨ ਦੀਪਕ ਦੇ ਨਾਲ ਅੰਕੁਸ਼ ਮਹਾਜਨ, ਦੈਨਿਕ ਸਵੇਰਾ ਟੀਵੀ।